नमस्कार साथियों। रीड ते लेवल 1 ਅਤੇ लेवल 2 ਦੇ ਅੰਦਰ ਆਪਾਂ ਲੈਂਗੁਏਜ ਪੰਜਾਬੀ ਫਸਟ ਅਤੇ ਲੈਂਗੁਏਜ ਪੰਜਾਬੀ ਸੈਕਿੰਡ ਦੇ ਅੰਦਰ ਆਪਣਾ ਪੰਜਾਬੀ ਭਾਸ਼ਾ ਦਾ ਵਿਕਾਸ ਤੇ ਸਿੱਖਿਆ ਸ਼ਾਸਤਰ ਦੇ ਟੌਪਿਕ ਚੱਲ ਰਹੇ ਸੀ। ਉਸ ਦੇ ਅੰਦਰ ਆਪਾਂ ਪਿਛਲੀਆਂ ਕਈ ਕਲਾਸਾਂ ਦੇ ਅੰਦਰ ਯੂਨਿਟ ਜਿਹੜੀ 5ਵੀਂ ਹੈ ਆਪਾਂ ਉਸ ਦੇ ਬਾਰੇ ਦੇਖ ਚੁੱਕੇ ਹਾਂ ਤੇ ਅੱਜ ਦੀ ਇਸ ਕਲਾਸ ਦੇ ਅੰਦਰ ਆਪਾਂ ਭਾਸ਼ਾ ਵਿੱਚ ਮੁਲਾਂਕਣ ਦੇ ਬਾਰੇ ਗੱਲਬਾਤ ਕਰਨੀ ਹੈ। ਇਹ ਇੱਕ ਆਪਣਾ ਇੰਪੋਰਟੈਂਟ ਟੌਪਿਕ ਹੈ ਤੇ ਇਸ ਦੇ ਅੰਦਰੋਂ ਹਰ ਹਾਲਤ ਆਪ ਨੂੰ ਪ੍ਰਸ਼ਨ ਪੁੱਛਿਆ ਜਾਣਾ ਲਾਜ਼ਮੀ ਆਪਾਂ ਕਹਿ ਸਕਦੇ ਹਾਂ। ਇਹ ਪੁਆਇੰਟ ਅਗਰ ਇੱਕ ਪੁਆਇੰਟ ਨੂੰ ਅਸੀਂ ਥੋੜਾ ਜਿਹਾ ਨੋਟਿਸ ਕਰਾਂਗੇ ਕਿ ਕਿਸ ਪੁਆਇੰਟ ਦੇ ਅੰਦਰੋਂ ਕੰਪਲਸਰੀ ਪ੍ਰਸ਼ਨ ਮਿਲਣ ਵਾਲਾ ਹੈ, ਹਰ ਹਾਲਤ ਆਪ ਨੂੰ ਪ੍ਰਸ਼ਨ ਮਿਲਣ ਵਾਲਾ ਹੈ, ਉਹਨੂੰ ਵਧੀਆ ਤਰੀਕੇ ਨਾਲ ਤਿਆਰ ਕੀਤਾ ਜਾਏ। ਤਾਂ ਇਸੇ ਲਈ ਮੈਂ ਆਪਣੇ ਐਕਸਪੀਰੀਅੰਸ ਦੇ ਆਧਾਰ ਤੇ ਇਹ ਗੱਲ ਦੱਸਦਾ ਹਾਂ। ਵੈਸੇ ਤਾਂ ਇਮਤਿਹਾਨ ਦੇ ਬਾਰੇ ਆਪਾਂ ਕੋਈ ਦਾਅਵਾ ਨਹੀਂ ਕਰ ਸਕਦੇ ਕਿ ਇਸ ਦੇ ਅੰਦਰੋਂ ਪ੍ਰਸ਼ਨ ਆਉਣਾ ਲਾਜ਼ਮੀ ਹੈ, ਪਰ ਇੱਕ ਅਨੁਭਵ ਦੇ ਆਧਾਰ ਤੇ ਜਿਹੜੇ ਪਿਛਲੇ ਵਰਿਆਂ ਦੇ ਪੇਪਰ ਨੇ, ਜਿਹੜਾ ਆਪਣਾ ਸਿਲੇਬਸ ਹੈ, ਜੋ ਪੈਟਰਨ ਹੈ, ਉਸ ਦੇ ਅਕੋਰਡਿੰਗ ਹੀ ਆਪਾਂ ਦਾਅਵਾ ਕਰਦੇ ਹਾਂ ਕਿ ਆਪਾਂ ਨੂੰ ਇਸ ਟੌਪਿਕ ਦੇ ਅੰਦਰੋਂ ਹਰ ਹਾਲਤ ਪ੍ਰਸ਼ਨ ਮਿਲਣ ਵਾਲਾ ਹੈ। ਤਾਂ ਭਾਸ਼ਾ ਵਿੱਚ ਮੁਲਾਂਕਣ ਹੈ ਜਿਹੜਾ ਨਿਰੰਤਰ ਅਤੇ ਵਿਆਪਕ ਮੁਲਾਂਕਣ, ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਅੱਜ ਦੀ ਇਸ ਕਲਾਸ ਦੇ ਅੰਦਰ। ਇਸ ਦੇ ਅੰਦਰ ਆਪਾਂ ਮੁਲਾਂਕਣ ਦੇ ਅਰਥ ਦੇ ਬਾਰੇ ਦੇਖਾਂਗੇ, ਮੁਲਾਂਕਣ ਦੀ ਪਰਿਭਾਸ਼ਾ ਦੇਖਾਂਗੇ, ਮੁਲਾਂਕਣ ਦੀਆਂ ਵਿਸ਼ੇਸ਼ਤਾਵਾਂ ਦੇਖਾਂਗੇ, ਇਸ ਦੇ ਨਾਲ ਨਾਲ ਇਸ ਦਾ ਜੋ ਮਹੱਤਵ ਹੈ ਉਸ ਦੇ ਬਾਰੇ ਦੇਖਾਂਗੇ ਤੇ ਮੁਲਾਂਕਣ ਦੇ ਕੀ ਉਦੇਸ਼ ਨੇ ਇਹਦੀ ਵੀ ਆਪਾਂ ਗੱਲਬਾਤ ਕਰਾਂਗੇ। ਤਾਂ ਆਓ ਸਾਥੀਓ ਸ਼ੁਰੂ ਕਰਦੇ ਹਾਂ ਆਪਾਂ ਭਾਸ਼ਾ ਵਿੱਚ ਮੁਲਾਂਕਣ ਹੈ ਕੀ। ਸਭ ਤੋਂ ਪਹਿਲੇ ਤਾਂ ਆਪਾਂ ਇਹ ਦੇਖਣਾ ਹੈ ਕਿ ਭਾਸ਼ਾ ਵਿੱਚ ਮੁਲਾਂਕਣ ਕੀ ਹੈ। ਜਦੋਂ ਆਪਾਂ ਮੁਲਾਂਕਣ ਦੀ ਗੱਲ ਕਰਦੇ ਹਾਂ ਤਾਂ ਮੁਲਾਂਕਣ ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ। ਇੱਕ ਆ ਜਾਂਦਾ ਮੁੱਲ ਤੇ ਦੂਸਰਾ ਆ ਜਾਂਦਾ ਅੰਕਣ। ਯਾਨੀ ਇਹ ਕਿਹੜੇ ਦੋ ਸ਼ਬਦਾਂ ਤੋਂ ਬਣਿਆ? ਜੇਕਰ ਸ਼ਬਦ ਉਤਪਤੀ ਦੀ ਆਪਾਂ ਗੱਲ ਕਰੀਏ ਤਾਂ ਇਸ ਦੇ ਆਪਾਂ ਸ਼ਬਦ ਦੇ ਦੋ ਟੁਕੜੇ ਕਰਕੇ ਸਮਝ ਸਕਦੇ ਹਾਂ। ਇੱਕ ਆ ਜਾਂਦਾ ਹੈ ਮੁੱਲ ਤੇ ਦੂਸਰਾ ਆ ਜਾਂਦਾ ਹੈ ਅੰਕਣ। ਇਸ ਤੋਂ ਇਹ ਅਰਥ ਲਿਆ ਜਾਂਦਾ ਹੈ ਕਿ ਕਿਸੇ ਵਿਅਕਤੀ, ਵਸਤੂ ਜਾਂ ਕਿਸੇ ਕਿਰਿਆ ਨੂੰ ਉਸ ਦੀਆਂ ਉਪਲਬਧੀਆਂ ਅਨੁਸਾਰ ਉਸ ਦੀ ਸਥਿਤੀ, ਉਸ ਦੇ ਸਥਾਨ ਜਾਂ ਫਿਰ ਮਹੱਤਵ ਨੂੰ ਪਛਾਣਿਆ ਜਾਂਦਾ ਹੈ। ਹੁਣ ਮੁਲਾਂਕਣ 'ਚ ਹੁੰਦਾ ਕੀ ਹੈ? ਮੁਲਾਂਕਣ ਆਪਾਂ ਸ਼ਬਦ ਸਮਝ ਲਿਆ ਕਿ ਇਹ ਦੋ ਸ਼ਬਦਾਂ ਤੋਂ ਬਣੇ, ਇੱਕ ਤਾਂ ਆ ਗਿਆ ਮੁੱਲ ਤੇ ਦੂਜਾ ਆ ਗਿਆ ਅੰਕਣ। ਪਰ ਜਦੋਂ ਆਪਾਂ ਇਹਦੇ ਅਰਥ ਦੀ ਗੱਲ ਕਰਦੇ ਹਾਂ ਤਾਂ ਇਹਦੇ ਅਰਥ ਦੀ ਮੁਲਾਂਕਣ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਹ ਕਿਸੇ ਇਨਸਾਨ ਦੇ ਬਾਰੇ ਜਾਂ ਕੋਈ ਸ਼ਖਸੀਅਤ ਦੇ ਬਾਰੇ ਜਾਂ ਕੋਈ ਚੀਜ਼ ਦੇ ਬਾਰੇ ਜਾਂ ਕੋਈ ਕੰਮ ਦੇ ਜਿਹੜੇ ਕਾਰਜ ਹੁੰਦੇ ਨੇ, ਕੰਮ ਹੁੰਦੇ ਨੇ ਆਪਣੇ, ਉਹਨਾਂ ਦੀਆਂ ਕਾਮਯਾਬੀਆਂ, ਉਹਨਾਂ ਦੀ ਕੀ ਸਥਿਤੀ ਰਹੀ, ਉਹ ਕਿਹੜੇ ਸਥਾਨ 'ਤੇ ਰਹੇ, ਉਹਨਾਂ ਦਾ ਮਹੱਤਵ ਦੀ ਆਪਾਂ ਨੂੰ ਕਿਵੇਂ ਪਛਾਣ ਆ ਸਕੇ, ਇਹ ਗੱਲਾਂ ਦਾ ਜਿਹੜੇ ਵਾਰਤਾਲਾਪ ਰਾਹੀਂ ਆਪਾਂ ਪਤਾ ਲਗਾਉਂਦੇ ਹਾਂ ਉਹਨੂੰ ਆਪਾਂ ਮੁਲਾਂਕਣ ਆਖਦੇ ਹਾਂ। ਮੁਲਾਂਕਣ ਯਾਨੀ ਮੁੱਲ ਪਲੱਸ ਅੰਕਣ, ਯਾਨੀ ਕਿਸੇ ਚੀਜ਼ ਦਾ ਮੁੱਲ ਆਂਕ ਲੈਣਾ ਜਾਂ ਫਿਰ ਅੰਕਣ ਕਰਨਾ, ਉਸ ਨੂੰ ਆਪਾਂ ਮੁਲਾਂਕਣ ਕਹਾਂਗੇ। ਪਰ ਆਪਣੀ ਜਿਹੜੀ ਭਾਸ਼ਾ 'ਚ ਮੁਲਾਂਕਣ ਦੀ ਗੱਲ ਚੱਲ ਰਹੀ ਹੈ ਉਹ ਆਪਣੇ ਪੜ੍ਹਾਈ ਦੇ ਅੰਕਣ ਦੀ ਗੱਲ ਚੱਲ ਰਹੀ ਹੈ, ਉਹ ਆਪਣੇ ਸਟੂਡੈਂਟ ਦੇ ਅੰਕਣ ਦੀ ਗੱਲ ਚੱਲ ਰਹੀ ਹੈ। ਤਾਂ ਇਸ ਕਲਾਸ ਦੇ ਅੰਦਰ ਇਹੀ ਗੱਲ ਸਮਝਣ ਯੋਗ ਹੈ ਕਿ ਇਸ ਲਈ ਇਹ ਟੌਪਿਕ ਇੰਪੋਰਟੈਂਟ ਹੈ ਕਿਉਂਕਿ ਜਿਹੜਾ ਆਪਣਾ ਪੁਰਾਣਾ ਢਾਂਚਾ ਸੀ ਉਹ ਪ੍ਰੀਖਿਆ ਆਧਾਰਿਤ ਸੀ, ਜਦੋਂ ਕਿ ਹੁਣ ਮੁਲਾਂਕਣ ਆਧਾਰਿਤ ਹੋ ਗਿਆ। ਹੁਣ ਮੁਲਾਂਕਣ ਦੇ ਅੰਦਰ ਪ੍ਰੀਖਿਆ ਵੀ ਆ ਜਾਂਦੀ ਹੈ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਨੇ। ਜਦੋਂ ਕਿ ਪਹਿਲੇ ਪ੍ਰੀਖਿਆ ਦਾ ਜਿਹੜਾ ਤਰੀਕਾ ਸੀ ਆਪਣਾ, ਉਹਦੇ ਰਾਹੀਂ ਬੱਚੇ ਦਾ ਸਿਰਫ ਇੱਕ ਪੱਖ ਹੀ ਆਪਾਂ ਪਹਿਚਾਣ ਕਰ ਸਕਦੇ ਸੀ, ਪਰ ਮੁਲਾਂਕਣ ਦੇ ਅੰਦਰ ਬੱਚੇ ਦਾ ਸਰਵ ਪੱਖੀ ਪਤਾ ਲਗਾਇਆ ਜਾਂਦਾ ਹੈ। ਹੁਣ ਆਪਾਂ ਇਸ ਦੀ ਪਰਿਭਾਸ਼ਾ ਦੇ ਬਾਰੇ ਗੱਲ ਕਰ ਲੈਂਦੇ ਹਾਂ ਕਿ ਮੁਲਾਂਕਣ ਦੀ ਪਰਿਭਾਸ਼ਾ ਹੈ ਕੀ। ਮੁਲਾਂਕਣ ਨੂੰ ਪ੍ਰਸਿੱਧ ਭਾਸ਼ਾ ਵਿਗਿਆਨੀ ਡਾਕਟਰ ਹਿੱਲ ਨੇ ਕਿਹਾ ਹੈ ਕਿ, ਹੁਣ ਇੱਕ ਜਿਹੜੇ ਭਾਸ਼ਾ ਵਿਗਿਆਨੀ ਨੇ ਜਿਨ੍ਹਾਂ ਦਾ ਨਾਮ ਡਾਕਟਰ ਹਿੱਲ ਨੇ, ਤਾਂ ਉਹਨਾਂ ਦੇ ਮੁਤਾਬਕ ਮੁਲਾਂਕਣ ਹੈ ਕਿ ਪ੍ਰੀਖਿਆ ਪ੍ਰਣਾਲੀ ਪੁਰਾਣੀ ਪ੍ਰਣਾਲੀ ਹੈ। ਯਾਨੀ ਜਿਹੜੇ ਐਗਜ਼ਾਮ ਨੇ, ਇਮਤਿਹਾਨ ਨੇ, ਪ੍ਰੀਖਿਆ ਹੈ ਜੋ, ਉਹ ਆਪਣੀ ਇੱਕ ਪੁਰਾਣੀ ਤਰੀਕਾ ਹੈ, ਇੱਕ ਪੁਰਾਣਾ ਇੱਕ ਢੰਗ ਹੈ, ਆਪਾਂ ਇਹ ਕਹਿ ਸਕਦੇ ਹਾਂ। ਜਦੋਂ ਕਿ ਮੁਲਾਂਕਣ ਨਵੀਂ ਪ੍ਰਣਾਲੀ ਹੈ। ਤੇ ਮੁਲਾਂਕਣ ਕੀ ਹੁੰਦਾ ਹੈ? ਇਹ ਆਪਣਾ ਇੱਕ ਨਵਾਂ ਤਰੀਕਾ ਹੈ, ਇੱਕ ਨਵਾਂ ਢੰਗ ਹੈ। ਪੁਰਾਣੀ ਪ੍ਰਣਾਲੀ ਦੇ ਵਿੱਚ ਪ੍ਰੀਖਿਆ ਸਾਰੇ ਪਾਠਕ੍ਰਮ ਅਤੇ ਪਾਠ ਵਿਧੀ ਨੂੰ ਨਿਰਦੇਸ਼ਿਤ ਕਰਦੀ ਹੈ। ਹੁਣ ਜਿਹੜਾ ਪੁਰਾਣਾ ਤਰੀਕਾ ਸੀ ਉਹਦੇ ਅੰਦਰ ਕੀ ਹੁੰਦਾ ਹੈ? ਉਹਦੇ ਅੰਦਰ ਪ੍ਰੀਖਿਆ ਸੀ ਜਿਹੜੀ, ਉਹ ਆਪਣੇ ਪਾਠਕ੍ਰਮ ਯਾਨੀ ਜੋ ਸਿਲੇਬਸ ਹੁੰਦਾ ਸੀ, ਜੋ ਆਪਣੇ ਪਾਠ ਹੁੰਦੇ ਸਨ, ਜੋ ਆਪਣਾ ਜਿਹੜਾ ਆਪਣੀ ਪੁਸਤਕ ਹੁੰਦੀ ਸੀ, ਉਸ ਦਾ ਵਿਭਾਜਨ ਜਿਹੜੀਆਂ ਯੂਨਿਟਾਂ ਦੇ ਅੰਦਰ ਕੀਤਾ ਸੀ ਉਸ ਨੂੰ ਨਿਰਦੇਸ਼ਿਤ ਕਰਨ ਦੇ ਲਈ ਸੀ। ਪਰ ਅਸਲ ਦੇ ਅੰਦਰ ਜਿਹੜੀ ਅੱਜ ਕੱਲ੍ਹ ਦੀ ਆਪਣੀ ਨਵੀਂ ਪ੍ਰਣਾਲੀ ਹੈ ਉਹਦੇ ਅੰਦਰ ਕੀ ਹੁੰਦਾ ਹੈ?
ਸਿੱਖਿਆ ਅਤੇ ਮੁਲਾਂਕਣ ਦੀ ਸੰਪੂਰਨ ਸਕੀਮ ਦਾ ਆਧਾਰ ਪ੍ਰੀਖਿਆ ਦਾ ਆਦੇਸ਼ ਬਣਦੇ ਨੇ। ਹੁਣ ਇਹਦੇ ਅੰਦਰ ਕੀ ਹੁੰਦਾ ਹੈ ਕਿ ਜਿਹੜੀ ਪੂਰੀ ਪ੍ਰੀਖਿਆ ਹੈ ਉਸ ਦਾ ਆਪਣਾ ਇਸ ਦੇ ਅੰਦਰ ਵੀ ਸ਼ਾਮਿਲ ਹੋ ਜਾਂਦਾ ਹੈ, ਅਤੇ ਇਸ ਦੇ ਨਾਲ ਨਾਲ ਜਿਹੜੀਆਂ ਹੋਰ ਸਕੀਮਾਂ ਆ ਜਾਂਦੀਆਂ ਨੇ ਉਹਨਾਂ ਦੇ ਆਧਾਰ 'ਤੇ ਇਹਨਾਂ ਦੇ ਆਦੇਸ਼ ਨੇ ਜਿਹੜੇ ਉਹ ਇੱਕ ਰਿਜ਼ਲਟ ਦੇ ਵਜੋਂ ਆਪਣੇ ਸਾਹਮਣੇ ਰੱਖੇ ਜਾਂਦੇ ਨੇ, ਜਿਹੜੇ ਕਿ ਉਦੇਸ਼ ਭਰਪੂਰ ਹੋਣ। ਬਸ ਇਹੀ ਫਰਕ ਹੈ ਅਸਲ ਦੇ ਅੰਦਰ। ਇਹ ਡਾਕਟਰ ਹਿੱਲ ਦੇ ਸ਼ਬਦਾਂ 'ਚ ਇਹ ਗੱਲ ਕਹੀ ਗਈ ਹੈ। ਅਤੇ ਅੱਗੇ ਆਪਾਂ ਪ੍ਰੀਖਿਆ ਅਤੇ ਮੁਲਾਂਕਣ ਦੇ ਅੰਤਰ ਨੂੰ ਵੀ ਸਮਝਾਂਗੇ ਤਾਂ ਕਿ ਆਪਾਂ ਨੂੰ ਦੋਨਾਂ ਦੇ ਅੰਦਰ ਫਰਕ ਪਤਾ ਚੱਲ ਜਾਏ। ਤਾਂ ਇਹ ਤਾਂ ਆਪਣੀ ਸੀ ਡਾਕਟਰ ਹਿੱਲ ਦੀ ਇੱਕ ਪਰਿਭਾਸ਼ਾ ਦੇਖੀ, ਜਿਸ ਦੇ ਰਾਹੀਂ ਉਹਨਾਂ ਨੇ ਪ੍ਰੀਖਿਆ ਅਤੇ ਮੁਲਾਂਕਣ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਆਪਾਂ ਨੂੰ ਸਮਝਾਇਆ ਹੈ। ਹੁਣ ਆਪਾਂ ਦੇਖਦੇ ਹਾਂ ਕਿ ਮੁਲਾਂਕਣ ਦੀਆਂ ਕੀ ਵਿਸ਼ੇਸ਼ਤਾਵਾਂ ਹਨ। ਵਿਸ਼ੇਸ਼ਤਾਵਾਂ ਦੇਖਣੀਆਂ ਬਹੁਤ ਜ਼ਰੂਰੀ ਹੈ। ਵਿਸ਼ੇਸ਼ਤਾਵਾਂ ਤੋਂ ਹੀ ਆਪਾਂ ਨੂੰ ਪਤਾ ਚੱਲਣਾ ਮੁਲਾਂਕਣ ਦੇ ਬਾਰੇ ਅਸਲ ਦੇ ਅੰਦਰ। ਜਦੋਂ ਆਪਾਂ ਵਿਸ਼ੇਸ਼ਤਾਵਾਂ ਦੀ ਗੱਲ ਕਰਦੇ ਹਾਂ ਤਾਂ ਮੁਲਾਂਕਣ ਦੀਆਂ ਵਿਸ਼ੇਸ਼ਤਾਵਾਂ ਨੂੰ ਹੇਠ ਲਿਖੇ ਅਨੁਸਾਰ ਸਮਝਿਆ ਜਾ ਸਕਦਾ ਹੈ। ਤਾਂ ਪਹਿਲੀ ਆਪਣੇ ਕੋਲੇ ਆ ਜਾਂਦੀ ਹੈ, ਮੁਲਾਂਕਣ ਇੱਕ ਵਿਗਿਆਨਿਕ ਤਰੀਕਾ ਹੈ। ਮੁਲਾਂਕਣ ਕੀ ਹੈ? ਇੱਕ ਵਿਗਿਆਨਿਕ ਤਰੀਕਾ ਕਹਿ ਸਕਦੇ ਹਾਂ। ਇਸ ਵਿੱਚ ਸਿੱਖਣ ਦੀ ਸਫਲਤਾ ਅਤੇ ਅਸਫਲਤਾ ਦਾ ਪਤਾ ਵਿਗਿਆਨਿਕ ਆਧਾਰ 'ਤੇ ਤਰਤੀਬ ਅਨੁਸਾਰ ਕੀਤਾ ਜਾਂਦਾ ਹੈ। ਹੁਣ ਮੁਲਾਂਕਣ 'ਚ ਕੀ ਹੁੰਦਾ ਹੈ, ਇਹਦੇ ਅੰਦਰ ਅਸਲ ਦੇ ਅੰਦਰ ਆਪਣਾ ਜਿਹੜਾ ਸਿੱਖਣ ਦੇ ਅੰਦਰ ਕਿੰਨੇ ਆਪਾਂ ਕਾਮਯਾਬ ਹੋਏ ਹਾਂ ਅਤੇ ਕਿੰਨੇ ਕਾਮਯਾਬ ਨਹੀਂ ਹੋਏ, ਇਹ ਚੀਜ਼ ਦਾ ਜਦੋਂ ਆਪਾਂ ਆਧੁਨਿਕ ਤਰੀਕੇ ਦੇ ਅਨੁਸਾਰ ਵਿਗਿਆਨਿਕ ਢੰਗ ਦੇ ਅਨੁਸਾਰ ਇੱਕ ਕੜੀ ਦੇ ਅੰਦਰ ਇੱਕ ਲੜੀ ਦੇ ਅੰਦਰ ਜਦੋਂ ਆਪਾਂ ਉਸ ਚੀਜ਼ ਨੂੰ ਸਮਝਦੇ ਹਾਂ ਤਾਂ ਉਹਨੂੰ ਆਪਾਂ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਦਾਇਰੇ 'ਚ ਲਿਆ ਕੇ ਮੁਲਾਂਕਣ ਕਹਾਂਗੇ। ਇਹ ਇੱਕ ਪਹਿਲੀ ਇਸ ਦੀ ਵਿਸ਼ੇਸ਼ਤਾ ਹੋ ਗਈ। ਫਿਰ ਜਦੋਂ ਆਪਾਂ ਉਸ ਤੋਂ ਬਾਅਦ 'ਚ ਵਿਸ਼ੇਸ਼ਤਾ ਦੀ ਗੱਲ ਕਰਦੇ ਹਾਂ ਤਾਂ ਮੁਲਾਂਕਣ ਇੱਕ ਸਾਧਨ ਦੀ ਤਰ੍ਹਾਂ ਹੈ। ਮੁਲਾਂਕਣ ਕੀ ਹੈ? ਇੱਕ ਸਾਧਨ ਦਾ ਕੰਮ ਕਰਦੀ ਹੈ। ਸਾਧਨ ਤਾਂ ਤੁਸੀਂ ਸਮਝਦੇ ਹੀ ਹੋਵੋਗੇ। ਇਸ ਦਾ ਉਦੇਸ਼ ਕਾਰਜ ਦੀ ਪੂਰਤੀ ਦੀ ਸੀਮਾ ਗਿਆਤ ਕਰਨਾ ਹੈ। ਯਾਨੀ ਕੰਮ ਹੈ ਜਿਹੜਾ ਉਸ ਦੀ ਕਿੰਨੀ ਪੂਰਤੀ ਹੋਈ ਹੈ, ਕਿਸ ਹੱਦ ਤੱਕ ਉਸ ਦੀ ਆਪਾਂ ਨੂੰ ਪ੍ਰਾਪਤੀ ਹੋਈ ਹੈ, ਇਹ ਮੁਲਾਂਕਣ ਦੇ ਰਾਹੀਂ ਪਤਾ ਚੱਲਦਾ ਹੈ। ਯਾਨੀ ਇਹਨੂੰ ਇੱਕ ਸਾਧਨ ਦੀ ਭੂਮਿਕਾ ਵੀ ਅਸੀਂ ਕਹਿ ਸਕਦੇ ਹਾਂ। ਇਸ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਗੱਲ ਹੋ ਰਹੀ ਹੈ। ਫਿਰ ਉਸ ਤੋਂ ਬਾਅਦ 'ਚ ਆ ਜਾਂਦਾ ਹੈ ਮੁਲਾਂਕਣ ਪ੍ਰੀਖਿਆ ਅਤੇ ਪਰਖਣ ਤੋਂ ਵੱਡਾ ਅਤੇ ਕਾਰਜ ਖੇਤਰ ਅਨੁਸਾਰ ਵਿਸ਼ਾਲ ਘੇਰੇ ਵਾਲਾ ਹੈ। ਹੁਣ ਮੁਲਾਂਕਣ ਹੈ ਜਿਹੜਾ ਕੋਈ ਛੋਟਾ ਜਿਹਾ ਨਹੀਂ ਹੈ, ਇਹ ਇੱਕ ਹੱਦ ਤੱਕ ਸੀਮਿਤ ਨਹੀਂ ਹੈ। ਇਹਦਾ ਘੇਰਾ ਹੈ ਜਿਹੜਾ ਵਿਸ਼ਾਲ ਹੈ, ਵੱਡਾ ਹੈ, ਪਰਖਣ ਦੇ ਆਧਾਰ 'ਤੇ ਹੈ, ਯਾਨੀ ਬੱਚੇ ਦੀ ਪਰਖ ਕਰਨ ਦੇ ਆਧਾਰ 'ਤੇ ਹੈ। ਇਸ ਦਾ ਕਾਰਜ ਖੇਤਰ ਵੀ ਅਸੀਂ ਪ੍ਰੀਖਿਆ ਤੋਂ ਤਾਂ ਬਹੁਤ ਜ਼ਿਆਦਾ ਕਹਾਂਗੇ, ਜਦੋਂ ਕਿ ਪ੍ਰੀਖਿਆ ਤਾਂ ਮੁਲਾਂਕਣ ਦੇ ਅੰਦਰ ਹੀ ਸਮਾਈ ਹੁੰਦੀ ਹੈ। ਫਿਰ ਉਸ ਤੋਂ ਬਾਅਦ 'ਚ ਵਿਸ਼ੇਸ਼ਤਾ ਆ ਜਾਂਦੀ ਹੈ ਉਪਯੁਕਤ ਸਿੱਖਿਆ ਦੇ ਆਧਾਰ ਦਾ ਪਤਾ ਮੁਲਾਂਕਣ ਰਾਹੀਂ ਹੀ ਕੀਤਾ ਜਾ ਸਕਦਾ ਹੈ। ਯਾਨੀ ਆਪਣੇ ਜਿੰਨੇ ਵੀ ਬੱਚਾ ਹੈ ਉਸਨੇ ਕੀ ਸਿੱਖਿਆ ਹੈ ਉਹਨਾਂ ਦਾ ਆਪਾਂ ਮੁਲਾਂਕਣ ਦੇ ਰਾਹੀਂ ਪਤਾ ਲਗਾ ਸਕਦੇ ਹਾਂ। ਫਿਰ ਇੱਕ ਹੋਰ ਵਿਸ਼ੇਸ਼ਤਾ ਆ ਜਾਂਦੀ ਹੈ ਸਿੱਖਿਆ ਵਿੱਚ ਮੁਲਾਂਕਣ ਅਧਿਆਪਕ ਅਤੇ ਵਿਦਿਆਰਥੀ ਦੋਹਾਂ ਲਈ ਹੀ ਮਾਰਗਦਰਸ਼ਕ ਦਾ ਕੰਮ ਕਰਦਾ ਹੈ। ਮਾਰਗਦਰਸ਼ਕ ਇਸ ਲਈ ਹੋ ਜਾਂਦਾ ਸਾਥੀਓ ਕਿਉਂਕਿ ਟੀਚਰ ਨੂੰ ਪਤਾ ਚੱਲਦਾ ਕਿ ਮੇਰੇ ਸਟੂਡੈਂਟ ਨੂੰ ਕਿਹੜੇ ਹਿੱਸਿਆਂ ਦੇ ਅੰਦਰ ਕਿਹੜੇ ਪੱਖਾਂ ਦੇ ਅੰਦਰ ਕੁਝ ਸੋਝੀ ਮਿਲੀ, ਗਿਆਨ ਮਿਲਿਆ ਜਾਂ ਉਹ ਅੱਗੇ ਵਧਿਆ, ਅਤੇ ਉੱਥੇ ਬੱਚੇ ਦਾ ਵੀ ਆਕਲਨ ਹੋ ਜਾਂਦਾ ਵੀ ਉਸਨੇ ਆਪਣੇ ਆਪ ਨੂੰ ਕਿੰਨਾ ਅੱਗੇ ਵਧਾਇਆ ਹੈ। ਤਾਂ ਇਸ ਲਈ ਦੋਨਾਂ ਦਾ ਜਦੋਂ ਇਹ ਫਰਕ ਪਤਾ ਚੱਲੇਗਾ ਤਾਂ ਉਹਨੂੰ ਆਪਣਾ ਰਾਹ ਦਿਖਾਈ ਦੇਗਾ ਕਿ ਅੱਗੇ ਹੁਣ ਕਿਸ ਢੰਗ ਦੇ ਨਾਲ ਕੰਮ ਕਰਨਾ ਹੈ। ਤਾਂ ਉਹ ਇੱਕ ਮਾਰਗਦਰਸ਼ਕ ਦਾ ਕੰਮ ਵੀ ਆਪਣੇ ਆਪ ਹੀ ਹੋ ਗਿਆ। ਫਿਰ ਉਸ ਤੋਂ ਬਾਅਦ 'ਚ ਆਪਣੇ ਕੋਲੇ ਜੋ ਅਗਲੀ ਇਸ ਦੀ ਵਿਸ਼ੇਸ਼ਤਾ ਆ ਜਾਂਦੀ ਹੈ ਮੁਲਾਂਕਣ ਦੀ, ਉਹ ਆ ਜਾਂਦੀ ਹੈ 5 ਨੰਬਰ ਆ ਜਾਂਦੀ ਹੈ। 5 ਨੰਬਰ ਆਪਾਂ ਦੇਖ ਹੀ ਚੁੱਕੇ ਹਾਂ, ਹੁਣ 6 ਨੰਬਰ ਦੇਖਣੀ ਹੈ। ਮੁਲਾਂਕਣ ਸਿੱਖਿਆ ਦੇ ਨਾਲ ਨਾਲ ਸਮਾਜਿਕ ਆਲੇ ਦੁਆਲੇ ਨੂੰ ਵੀ ਆਪਣੇ ਘੇਰੇ ਵਿੱਚ ਲੈ ਲੈਂਦਾ ਹੈ, ਜਿਸ ਤੋਂ ਸਿੱਖਿਆ ਪ੍ਰਾਪਤੀ ਦਾ ਰਸਤਾ ਤਿਆਰ ਹੁੰਦਾ ਹੈ। ਯਾਨੀ ਮੁਲਾਂਕਣ ਦੇ ਅੰਦਰ ਕੀ ਹੁੰਦਾ ਹੈ, ਉਸ ਦਾ ਆਲਾ ਦੁਆਲਾ ਹੁੰਦਾ ਹੈ ਜਿਹੜਾ ਉਸ ਨੂੰ ਵੀ ਆਪਣੇ ਕਲਾਵੇ 'ਚ ਲੈਂਦਾ ਹੈ ਅਤੇ ਇਸ ਦੇ ਘੇਰੇ 'ਚ ਆ ਕੇ ਫਿਰ ਸਿੱਖਿਆ ਪ੍ਰਾਪਤੀ ਦਾ ਜਿਹੜਾ ਅਸਲੀ ਰਸਤਾ ਹੈ ਉਹ ਤਿਆਰ ਹੋ ਜਾਂਦਾ ਹੈ। ਯਾਨੀ ਮੁਲਾਂਕਣ ਦੇ ਅੰਦਰ ਬੱਚੇ ਦੀ ਸਿੱਖਿਆ ਵੀ ਹੈ, ਉਸ ਦਾ ਸਮਾਜਿਕ ਢੰਗ ਵੀ ਹੈ, ਉਸ ਦਾ ਸਮਾਜਿਕ ਰਹਿਣ ਸ਼ੈਲੀ ਵੀ ਹੈ, ਉਸਨੇ ਹੋਰ ਪੱਖਾਂ ਦੇ ਅੰਦਰ ਕੀ ਗਿਆਨ ਹਾਸਲ ਕੀਤਾ, ਆਪਣੇ ਆਪ ਨੂੰ ਕਿੰਨਾ ਕੁ ਅੱਗੇ ਵਧਾਇਆ, ਇਹ ਸਰਬ ਪੱਖੀ ਜਿਹੜਾ ਨਿਰੀਖਣ ਆਪਾਂ ਕਹਿ ਸਕਦੇ ਹਾਂ। ਫਿਰ ਅਗਲਾ ਪੁਆਇੰਟ ਆ ਜਾਂਦਾ ਹੈ ਮੁਲਾਂਕਣ ਇੱਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਮੁਲਾਂਕਣ ਕੀ ਹੈ? ਇੱਕ ਨਿਰੰਤਰ ਚੱਲਣ ਵਾਲੀ ਇੱਕ ਪ੍ਰਕਿਰਿਆ ਕਹਿ ਸਕਦੇ ਹਾਂ। ਨਿਰੰਤਰਤਾ ਤੁਸੀਂ ਸਮਝਦੇ ਹੋ ਜਿਸ ਨੂੰ ਆਪਾਂ ਲਗਾਤਾਰ ਕਹਿ ਦਿੰਦੇ ਹਾਂ।
जो सारा साल ही चलती रहिंदी है। हुण इत्थे फर्क आ गया मुलांकण दे अंदर ते प्रीख्या दे अंदर। प्रीख्या की है थोड़े थोड़े टाइम तो बाद, जिवें कि 2 माही प्रीख्या, 3 माही प्रीख्या या 6 माही प्रीख्या या सालाना प्रीख्या। प्रीख्या दे तां इह ढंग होई, पर मुलांकण हर वेले नाल नाल चलदा रहिंदा है। फिर उस तो बाद एक होर खूबी यानी विशेषता आ गई है मुलांकण की, सिक्ख्या विच मुलांकण लचकीला हुंदा है। इहनूं आपां लचकीला ही कहांगे। फिर इस तो बाद अपने कोले आ जाता है मुलांकण अते प्रीख्या विच फर्क, यानी मुलांकण के अंदर ते प्रीख्या के अंदर की फर्क ने। हुण ये भी देखना अपने लिए जरूरी हो जाता है। तो जदों आपां मुलांकण अते प्रीख्या के फर्क की गल करते हैं, तो मुलांकण ते प्रीख्या विचले फर्क नूं हेठ लिखे अनुसार समझा जा सकता है। यानी कुछ पॉइंट दिते गए ने, इन्हां पॉइंटां के आधार पर आपां मुलांकण ते प्रीख्या के अंतर नूं समझ सकते हैं। तो आपां नूं पता चल जाएगा कि मुलांकण असल के अंदर की है ते प्रीख्या की है। ये दोनों का अंतर ही है जिहड़ा वो आपां नूं ये एहसास दिलाएगा कि मुलांकण ते प्रीख्या असल के अंदर है की है। आप दे सिलेबस के अंदर मुलांकण दिता गया है, मुलांकण के अंदर ही प्रीख्या ही होंदी है, तो इस तो अलावा भी मुलांकण के अंदर होर बहुत सारियां गल्लां ने। तो सब तो पहला जिहड़ा फर्क आ जाता है प्रीख्या ते मुलांकण के अंदर, प्रीख्या बौद्धिकता की जांच करती है। प्रीख्या किसकी? बौद्धिकता की जांच करती है, यानी उसने किन्ने क बौद्धिक सतर ते ज्ञान हासिल किया है। मुलांकण पूरी शख्सियत की जांच करता है। प्रीख्या ने तो सिर्फ उसकी बुद्धि का ही पता लगाया, पर मुलांकण ने की कर दिता, उसकी पूरी इमेज है जी, शख्सियत है जी, उसकी जांच की है। फर्क आ गया ना। तो असी कहांगे मुलांकण तो विशाल हो गया, तो प्रीख्या है जी वो एक छोटे घेरे की हो गई। फिर उस तो बाद दूजे जिहड़ा अंतर आ जाता है, प्रीख्या प्रति बच्चों में डर देखा जाता है, जदों कि मुलांकण सहज सुभाਅ ही हुंदा है। हुण प्रीख्या के अंदर की हुंदा है, बच्चा पेपर देण जाता, उस तो पहले वो तैयारी करेगा, एक अपने आप नूं ये समझेगा कि तेरा इम्तिहान आ गया, पेपर पता नहीं किद्दां दा आएगा, एक वो प्रैशर के अंदर रहिंदा है, उहदे अंदर एक घबराहट ते डर हर वेले बनिया रहिंदा है पेपर होण तक। पर मुलांकण च की है, हुण पाठ पढ़न गया, टीचर ने उत्थे बहुत सारे सवाल रख लए, तो वो सवालों के राही उसका व्यक्तित्व जान लिया, तो उत्थों ही मुलांकण हो गया। तो उन्होंने पता भी नहीं चलिया कि तेरा आंकलन हो चुकिया है। तो इसलिए मुलांकण है जिहड़ा वो एक नॉर्मल एक्टिविटी आपां कह सकते हैं, तो प्रीख्या है जिहड़ी वो बच्चे के अंदर एक घबराहट ते डर का माहौल पैदा करती है। फिर जिहड़ा तीसरा अपने कोले फर्क आ जाता है, वो आ जाता है प्रीख्या का आधार पाठक्रम है, जदों कि मुलांकण का आधार प्राप्ति की जांच करना है। प्रीख्या की पता लगाउंदी है, प्रीख्या के राही तो आपां नूं इन्ना ही पता चलता है कि जिहड़ा अपना सिलेबस सी उन्होंने आपां किन्ना प्राप्त कर लिया है, किन्ना समझ लिया है, उस सिलेबस के बारे आपां नूं किन्ना नॉलेज हो गया है। जदों कि मुलांकण है जिहड़ी ਉਹਦੇ ਰਾਹੀਂ ਇਹ पता चलता है कि बच्चे ने किन्ना कुछ प्राप्त कर लिया। किन्ना कुछ तो मतलब ये होया कि कला किताबां वाले लेसन ही नहीं, लेसन के नाल जोड़ के अपनी लाइफ नूं भी उसने किन्ना क समझ लिया है, इसकी जांच करना मुलांकण हो जाता है। फिर जो अगला ही अपना मुलांकण ते प्रीख्या का फर्क आ जाता है, उसके अंदर आ जाता है प्रीख्या आंकड़ियां के आधार पर काम करती है। प्रीख्या की करती है, वो आंकड़ियां के आधार पर आपनूं पता होएगा, बच्चे नूं आपां नंबर दिन्ने आ जां फिर ग्रेड दिन्ने आ, जिसके आधार पर उसका अपना आंकलन हुंदा है। जदों कि मुलांकण के कई साधन ने, मुलांकण के इस तो अलावा बहुत सारे साधन दसे जाते हैं। फिर इस तो बाद अपने को आ जाता है प्रीख्या पाठक्रम तो बाहर की भी हो सकती है। प्रीख्या है जी वो पाठक्रम तो एक्सट्रा भी जाती है, जदों कि मुलांकण है जिहड़ा अपने कोले ये एक सिक्ख्या का अनिखड़वां अंग है, यानी इसनूं सिक्ख्या तो वख नहीं कर सकते, तो प्रीख्या की है वो सिलेबस तो बाहर भी चली जाती है। ये दोनों के अंदर एक खास तौर पर फर्क आपां समझ सकते हैं। फिर इस तो बाद अपने कोले जिहड़ा अगला आ जाता है, उसके अंदर आ जाता है प्रीख्या का खेत्र सीमित ਅਤੇ मुलांकण का खेत्र विशाल होंदा है। ये गल तो आपां उपर भी करके आए हैं कि एक सिलेबस तक ही सीमित रहिंदी है प्रीख्या, कई बार क्वेश्चन सिलेबस तो बाहर दे भी मिल जाते हैं, पर मुलांकण के अंदर वो सारी जिहड़ा अपना सिलेबस आ वो शामिल होंदा है। इस दे नाल नाल व्यक्तित्व नाल जुड़े हुए होर बहुत सारे पहलू भी शामिल किए जाते हैं, इसलिए आपां इस दे घेरे नूं विशाल कहांगे।
फिर एक होर फर्क आ जाता है प्रीख्या ते मुलांकन च। ਪ੍ਰੀਖਿਆ ਬੱਚੇ ਨੂੰ ਪ੍ਰਗਤੀ ਦਿੰਦੀ ਹੈ, ਜਦੋਂ ਕਿ ਮੁਲਾਂਕਣ ਪ੍ਰਗਤੀ ਦੀ ਜਾਂਚ ਕਰਦਾ ਹੈ। ਮੁਲਾਂਕਣ ਕੀ ਪਤਾ ਲਗਾਉਂਦਾ ਹੈ ਕਿ ਕਿੰਨੀ ਪ੍ਰਗਤੀ ਹੋਈ ਹੈ, ਇਸ ਦਾ ਉਸ ਦੇ ਅੰਦਰ ਪਤਾ ਲਗਾਇਆ ਜਾਂਦਾ ਹੈ। ਫਿਰ 8ਵਾਂ ਜੋ ਆਪਣੇ ਕੋਲੇ ਫਰਕ ਆ ਜਾਂਦਾ ਹੈ ਮੁਲਾਂਕਣ ਤੇ ਪ੍ਰੀਖਿਆ ਦਾ। ਮੁਲਾਂਕਣ ਉਦੇਸ਼ਪੂਰਕ ਹੁੰਦਾ ਹੈ, ਪਰ ਪ੍ਰੀਖਿਆ ਇਸ ਤੋਂ ਬਾਹਰ ਦੀ ਹੁੰਦੀ ਹੈ। ਹੁਣ ਮੁਲਾਂਕਣ ਕੀ ਹੈ, ਉਦੇਸ਼ਪੂਰਕ ਹੈ, ਤੇ ਪ੍ਰੀਖਿਆ ਕੀ ਹੈ, ਇਸ ਤੋਂ ਪਾਰ ਦੀ ਹੈ, ਉਦੇਸ਼ ਤੋਂ ਬਾਹਰ ਦੀ ਵੀ ਆਪਾਂ ਕਹਿ ਸਕਦੇ ਹਾਂ। ਤੇ ਲਾਸਟ ਆਪਣੇ ਕੋਲ ਇੱਕ ਅੰਤਰ ਹੋਰ ਦੱਸਿਆ ਗਿਆ ਮੁਲਾਂਕਣ ਤੇ ਪ੍ਰੀਖਿਆ ਦਾ, ਜਿਹੜਾ ਅੰਤਰ ਸਮਝਾਇਆ ਗਿਆ ਹੈ। ਮੁਲਾਂਕਣ ਦੀ ਪ੍ਰਕਿਰਿਆ ਨਿਰੰਤਰ ਚੱਲਣ ਵਾਲੀ ਹੁੰਦੀ ਹੈ, ਨਿਰੰਤਰ ਯਾਨੀ ਲਗਾਤਾਰ। ਮੁਲਾਂਕਣ ਦੀ ਪ੍ਰਕਿਰਿਆ ਹੈ ਜਿਹੜੀ ਉਹ ਲਗਾਤਾਰ ਚੱਲਦੀ ਹੈ, ਜਦੋਂ ਕਿ ਪ੍ਰੀਖਿਆ ਇਸ ਨਿਸ਼ਚਿਤ ਸਮੇਂ ਬਾਅਦ ਕਰਵਾਈ ਜਾਂਦੀ ਹੈ। ਹੁਣ ਜਿਹੜੇ ਇਮਤਿਹਾਨ ਹੁੰਦੇ ਨੇ, ਐਗਜ਼ਾਮ ਹੁੰਦੇ ਨੇ, ਉਹ ਇੱਕ ਥੋੜ੍ਹੇ ਸਮੇਂ ਬਾਅਦ ਕਰਵਾਏ ਜਾਂਦੇ ਨੇ, ਪਰ ਪੇਪਰ ਹੁੰਦੇ ਨੇ ਜਿਹੜੇ ਉਹ ਲਗਾਤਾਰ, ਜਿਹੜੇ ਮੁਲਾਂਕਣ ਹੁੰਦਾ ਹੈ ਉਹ ਲਗਾਤਾਰ ਯਾਨੀ ਹਰ ਵੇਲੇ ਚੱਲਦਾ ਰਹਿੰਦਾ ਹੈ। ਤਾਂ ਇਹ ਖਾਸ ਇੱਕ ਫਰਕ ਇਸ ਦੇ ਅੰਦਰ ਦੱਸਿਆ ਗਿਆ ਹੈ। ਤਾਂ ਅੱਜ ਦੀ ਆਪਾਂ ਇਸ ਕਲਾਸ ਦੇ ਅੰਦਰ ਮੁਲਾਂਕਣ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਗੱਲ ਕੀਤੀ, ਮੁਲਾਂਕਣ ਅਤੇ ਪ੍ਰੀਖਿਆ 'ਚ ਕੀ ਅੰਤਰ ਹੈ ਇਹਦੇ ਬਾਰੇ ਗੱਲ ਕੀਤੀ, ਮੁਲਾਂਕਣ ਦੀ ਪਰਿਭਾਸ਼ਾ ਅਤੇ ਮੁਲਾਂਕਣ ਦੇ ਸ਼ਾਬਦਿਕ ਅਰਥਾਂ ਦੇ ਬਾਰੇ ਗੱਲਬਾਤ ਕੀਤੀ। ਮੈਨੂੰ ਆਸ ਹੈ ਕਿ ਇਹ ਗੱਲਾਂ ਆਪ ਨੂੰ ਸਮਝ ਆਈਆਂ ਹੋਣਗੀਆਂ, ਅਤੇ ਅਗਲੀ ਕਲਾਸ ਦੇ ਅੰਦਰ ਮੁਲਾਂਕਣ ਦਾ ਉਦੇਸ਼, ਮੁਲਾਂਕਣ ਦੇ ਮਹੱਤਵ, ਇਹਨਾਂ ਦੇ ਬਾਰੇ ਗੱਲ ਕਰਾਂਗੇ। ਇਹ ਪੁਆਇੰਟ ਇਸ ਲਈ ਆਪਣਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਇਸ ਦੇ ਅੰਦਰੋਂ ਆਪਾਂ ਨੂੰ ਪ੍ਰਸ਼ਨ ਹਰ ਹਾਲਤ ਮਿਲਣਾ ਹੈ। ਜੇਕਰ ਇਹ ਪੁਆਇੰਟ ਸਮਝੇ ਹੋਣਗੇ ਤਾਂ ਇਹਨਾਂ ਦੇ ਅੰਦਰੋਂ ਪੁੱਛਿਆ ਜਾਣ ਵਾਲਾ ਹਰ ਇੱਕ ਪ੍ਰਸ਼ਨ ਹੈ ਜਿਹੜਾ ਉਹ ਆਪਣੀ ਪਹੁੰਚ ਦੇ ਅੰਦਰ ਹੋ ਜਾਏਗਾ। ਮੈਨੂੰ ਆਸ ਹੈ ਕਿ ਅੱਜ ਦੀ ਕਲਾਸ ਆਪਦੇ ਲਈ ਲਾਹੇਵੰਦ ਸਿੱਧ ਹੋਏਗੀ। ਐਸੇ ਆਸ ਦੇ ਨਾਲ ਅਗਲੀ ਕਲਾਸ ਦੇ ਅੰਦਰ ਮੈਂ ਇਸ ਤੋਂ ਬਾਕੀ ਦਾ ਹਿੱਸਾ ਹੈ ਜਿਹੜਾ, ਜਿਸ ਦੇ ਅੰਦਰ ਮੁਲਾਂਕਣ ਦਾ ਉਦੇਸ਼ ਤੇ ਮੁਲਾਂਕਣ ਦੇ ਮਹੱਤਵ ਦੇ ਬਾਰੇ ਗੱਲ ਕਰਾਂਗੇ, ਉਹ ਲੈ ਕੇ ਹਾਜ਼ਰ ਹੋਵਾਂਗਾ। ਉਦੋਂ ਤੱਕ ਦੇ ਲਈ ਧੰਨਵਾਦ ਸਾਥੀਓ।